ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਨਿਰਮੋਲਕ ਬਚਨਾਂ ਵਿੱਚੋਂ ਉਹਨਾਂ ਦੀ ਜੋ ਅਗਲੀ ਕੜੀ ਆ, ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਮਹਾਂਪੁਰਖ ਦੱਸਦੇ ਹੁੰਦੇ ਸੀਗੇ ਕਿ ਕਿਸੇ ਪਰਾਏ ਦਾ ਹੱਕ ਖਾਣਾ ਇਹ ਲਹੂ ਪੀਣ ਦੇ ਸਮਾਨ ਆ, ਅਤੇ ਜੋ ਆਦਮੀ ਇਹ ਲਹੂ ਪੀਂਦੇ ਆ ਤਾਂ ਬਾਬਾ ਨੰਦ ਸਿੰਘ ਕਹਿੰਦੇ ਸੀਗੇ ਕਿ ਉਹਨਾਂ ਦੀ ਬਾਂਹ ਗੁਰੂ ਨਾਨਕ ਸਾਹਿਬ ਕਦੀ ਨਹੀਂ ਫੜਦੇ ਹੈ। ਇਸੇ ਕਰਕੇ ਤਾਂ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸੋ ਦੂਸਰਾ ਬਚਨ ਸੰਤ ਮਹਾਂਪੁਰਖ ਬਾਬਾ ਨੰਦ ਸਿੰਘ ਦਾ ਹੈ ਕਿ ਉਹਨਾਂ ਨੇ ਜੋ ਵਾਹਿਗੁਰੂ ਸ਼ਬਦ ਆ ਨਾ, ਉਸ ਵਾਹਿਗੁਰੂ ਸ਼ਬਦ ਦੀ ਮਹਿਮਾ ਦੱਸੀ ਆ, ਮਹੱਤਤਾ ਦੱਸੀ ਆ। ਉਹਦੇ ਵਿੱਚ ਮਹਾਂਪੁਰਖਾਂ ਨੇ ਵਾਹਿਗੁਰੂ ਸ਼ਬਦ ਦੇ 4 ਅੱਖਰਾਂ ਦਾ ਜਿਹੜਾ ਜੋੜ ਆ, ਉਹਦੀ ਮਹਿਮਾ ਇੰਨੀ ਦੱਸੀ ਆ। ਉਹਦੇ ਵਿੱਚੋਂ ਬਾਬਾ ਨੰਦ ਸਿੰਘ ਆਖਦੇ ਹੁੰਦੇ ਸੀਗੇ ਕਿ ਜਿਹੜਾ ਵਾਹਵਾ ਅੱਖਰ ਵਾ ਨਾ, ਇਹ ਵਾਹਵਾ ਅੱਖਰ ਵਾਸਦੇਵ, ਇਸ ਦਾ ਜਪ ਪੁਰਾਤਨ ਯੁੱਗਾਂ ਦੇ ਵਿੱਚ 36 ਯੁੱਗ ਕੀਤਾ ਹੈਗਾ। ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਰਿਸ਼ੀ ਮੁਨੀ ਸੀ, ਰਿਸ਼ੀ ਮੁਨੀਆਂ ਨੇ 36 ਯੁੱਗ ਵਾਸਦੇਵ ਅੱਖਰ ਦਾ ਜਪ ਕੀਤਾ। ਉਸ ਤੋਂ ਬਾਅਦ ਬਾਬਾ ਨੰਦ ਸਿੰਘ ਕਹਿੰਦੇ ਸੀਗੇ ਕਿ ਜਿਹੜਾ ਹਰ ਅੱਖਰ ਆ, ਇਸ ਦਾ ਵੀ 36 ਯੁੱਗ ਰਿਸ਼ੀਆਂ ਮੁਨੀਆਂ ਨੇ ਜਾਪ ਕੀਤਾ। ਇਸੇ ਤਰ੍ਹਾਂ ਗੋਬਿੰਦ ਅੱਖਰ ਦਾ ਵੀ 36 ਯੁੱਗ ਜਾਪ ਹੋਇਆ, ਅਤੇ ਰਾਰਾ ਜਿਹੜਾ ਰਾਮ ਅੱਖਰ ਆ, ਇਹਦਾ ਵੀ 36 ਯੁੱਗ ਜਾਪ ਹੋਇਆ, ਅਤੇ ਇਹ ਕੁੱਲ ਮਿਲਾ ਕੇ 144 ਯੁੱਗ ਬਣਦਾ ਹੈਗਾ। ਅਤੇ ਬਾਬਾ ਨੰਦ ਸਿੰਘ ਆਖਦੇ ਸੀਗੇ ਕਿ ਜਿਹੜਾ ਵਾਹਿਗੁਰੂ ਗੁਰਮੰਤਰ ਜਪਦਾ ਹੈਗਾ, ਉਸ ਵਾਹਿਗੁਰੂ ਗੁਰਮੰਤਰ ਜਪਣ ਵਾਲੇ ਨੂੰ 144 ਯੁੱਗਾਂ ਦਾ ਫਲ ਪ੍ਰਾਪਤ ਹੋ ਜਾਂਦਾ। ਐਡੀ ਵੱਡੀ ਮਹਿਮਾ ਵਾਹਿਗੁਰੂ ਸ਼ਬਦ ਦੀ ਆ। ਇਸੇ ਕਰਕੇ ਤਾਂ ਸਾਨੂੰ ਭਾਈ ਗੁਰਦਾਸ ਜੀ ਨੇ ਆਖਿਆ ਹੈਗਾ, ਜੈਸੇ 68 ਤੀਰਥ ਪਰਸ ਕੀਏ, ਜੁਗ 4 ਚੜਿਓ ਕਹਿਲਾਸ਼ ਰਿਓ, जैसे कोट जन्म तप उधर मुखी बसंतर में तन दह दियो, जैसे लाख वार कुरुक्षेत्र में असमेध जग अभंग ठहयो, फुन अमृत नाम विशेष एते, जिन एक वार श्री वाहिगुरु कहो। सो ये वाहिगुरू शब्द जी महिमा बाबा नंद ਸਿੰਘ ਨੇ ਸਾਨੂੰ ਦੱਸੀ ਆ। सो तीसरा वचन महांपुरख दसदे सीगे कि बुरा कुछ भी नहीं है, सब भला ही आ। पर यह भेद उस समय खुदा हैगा ਜਦੋਂ ਪ੍ਰਾਣੀ ਦੀ ਭਜਨ ਦੇ ਵਿੱਚ ਇਹ ਅਵਸਥਾ ਬਣਦੀ ਆ। ਜਦੋਂ ਇਹ ਅਵਸਥਾ ਬਣਦੀ ਆ, ਉਸ ਅਵਸਥਾ ਵਿੱਚ ਪ੍ਰਾਣੀ ਗੁਰੂ ਦੇ ਰੰਗ ਦੇ ਰੰਗਣ ਦੇ ਵਿੱਚ ਚੰਗੀ ਤਰ੍ਹਾਂ ਰੰਗਿਆ ਜਾਂਦਾ। ਫਿਰ ਨੂੰ ਪਤਾ ਲੱਗਦਾ ਹੈ ਕਿ ਸਭ ਭਲਾ ਹੀ ਹੈ, ਬੁਰਾ ਕੁਛ ਵੀ ਨਹੀਂ ਹੈ। ਸੋ ਅਗਲਾ ਬਚਨ ਬਾਬਾ ਨੰਦ ਸਿੰਘ ਦਾ ਸੀਗਾ। ਬਾਬਾ ਜੀ ਇਹ ਆਖਦੇ ਸੀਗੇ ਕਿ ਜਿਹੜਾ ਇਨਸਾਨ ਰੱਬ ਨੂੰ ਕਦੇ ਨਹੀਂ ਅੰਦਰੋਂ ਭੁਲਾਉਂਦਾ, ਹਮੇਸ਼ਾ ਉਸ ਨੂੰ ਯਾਦ ਰੱਖਦਾ ਹੈਗਾ। ਅਸਲ ਦੇ ਵਿੱਚ ਕਹਿੰਦੇ ਉਹ ਹੀ ਰੱਬ ਦਾ ਬੰਦਾ ਹੈ, ਜਿਹੜਾ ਹਮੇਸ਼ਾ ਰੱਬ ਨੂੰ, ਪਰਮੇਸ਼ਰ ਨੂੰ ਯਾਦ ਰੱਖਦਾ ਹੈਗਾ, ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਰੱਖਦਾ, ਉਹਦੀ ਯਾਦ ਨੂੰ ਅੰਦਰ ਵਸਾ ਕੇ ਰੱਖਦਾ। ਉਹ ਹੀ ਇਨਸਾਨ ਅਸਲ ਦੇ ਵਿੱਚ ਪਰਮੇਸ਼ਰ ਦਾ ਆਦਮੀ ਆ, ਪਰਮੇਸ਼ਰ ਦਾ ਬੰਦਾ ਹੈ। ਸੋ ਅਗਲਾ ਵਚਨ ਮਹਾਂਪੁਰਖਾਂ ਦਾ ਹੈਗਾ ਕਿ ਗੁਰਮੁਖ ਉਹ ਆ ਜਿਹਦਾ ਮੁੱਖ ਗੁਰੂ ਦੇ ਵੱਲ ਹੋਵੇ, ਅਤੇ ਮਨਮੁਖ ਉਹ ਆ ਜਿਹੜਾ ਆਪਣੇ ਮਨ ਦੇ ਪਿੱਛੇ ਤੁਰਾ ਫਿਰੇ, ਉਹ ਮਨਮੁਖ ਹੈ। ਪਰ ਜਿਹੜਾ ਆਪਣੇ ਮਨ ਨੂੰ ਛੱਡ ਕੇ ਗੁਰੂ ਦੇ ਬਚਨਾਂ ਦੇ ਪਿੱਛੇ ਤੁਰਦਾ ਹੈ, ਬਚਨਾਂ ਨੂੰ ਕਮਾਉਂਦਾ, ਅਸਲ ਦੇ ਵਿੱਚ ਉਹ ਇਨਸਾਨ ਜਿਹੜਾ ਹੈ ਨਾ, ਉਹ ਗੁਰਮੁਖ ਹੁੰਦਾ ਹੈ। ਸੋ ਅਗਲਾ ਬਚਨ ਬਾਬਾ ਨੰਦ ਸਿੰਘ ਦਾ ਹੈਗਾ ਕਿ ਅਗਰ ਕੋਈ ਪ੍ਰਾਣੀ ਇੱਕ ਦੇ ਨਾਲ ਪਿਆਰ ਕਰੇ, ਇੱਕੋ ਇੱਕ ਪਰਮਾਤਮਾ ਦੇ ਨਾਲ ਪਿਆਰ ਕਰੇ, ਫਿਰ ਕਹਿੰਦੇ ਵੀ ਉਸ ਨੂੰ ਉਸੇ ਪਰਮਾਤਮਾ ਦੇ ਧਿਆਨ ਦੇ ਵਿੱਚ ਰਾਮ ਵੀ ਨਜ਼ਰ ਆਏਗਾ, ਕ੍ਰਿਸ਼ਨ ਵੀ ਨਜ਼ਰ ਆਏਗਾ, ਅੱਲਾ ਵੀ ਨਜ਼ਰ ਆਏਗਾ, ਗੋਬਿੰਦ ਵੀ ਨਜ਼ਰ ਆਏਗਾ, ਬਾਬਾ ਨਾਨਕ ਵੀ ਨਜ਼ਰ ਆਏਗਾ, ਕਲਗੀਧਰ ਪਿਤਾ ਜੀ ਵੀ ਉਹਦੇ ਵਿੱਚ ਨਜ਼ਰ ਆਉਣਗੇ, ਮੁਹੰਮਦ ਵੀ ਆਊਗਾ, ਈਸਾ ਵੀ ਆਊਗਾ। ਕਿਉਂ? ਕਿਉਂਕਿ ਸਾਰੇ ਹੀ ਇੱਕ ਪਰਮਾਤਮਾ ਦੀ ਜੋਤ ਹੀ ਆ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਸੀਗਾ। ਬਾਬਾ ਨੰਦ ਸਿੰਘ ਆਖਦੇ ਸੀਗੇ ਕਿ ਸਾਰੇ ਦੁੱਖਾਂ ਦਾ ਜਿਹੜਾ ਮੂਲ ਕਾਰਨ ਵਾ, ਉਹ ਕੇਵਲ ਤੇ ਕੇਵਲ ਆਦਮੀ ਦਾ ਹੰਕਾਰ ਹੈ, ਹਉਮੈ ਹੈਗੀ ਆ। ਸੋ ਜਦ ਤੱਕ ਇਹ ਹਉਮੈ ਨਹੀਂ ਮਿਟਦੀ ਹੈ ਨਾ, ਤੇ ਤਦ ਤੱਕ ਨਾ ਦੁੱਖ ਮਿਟਦੇ ਆ, ਅਤੇ ਹਉਮੈ ਤੋਂ ਬਗੈਰ ਮਹਾਂਪੁਰਖ ਦੱਸਦੇ ਸੀ, ਕਹਿੰਦੇ ਮੁਕਤੀ ਵੀ ਨਹੀਂ ਮਿਲਦੀ ਹੈ, ਜਿੰਨਾ ਕੋਈ ਆਦਮੀ ਮਰਜ਼ੀ ਯਤਨ ਕਰ ਦੇਵੇ। ਇਸ ਕਰਕੇ ਬਾਬਾ ਨੰਦ ਸਿੰਘ ਆਖਦੇ ਸੀਗੇ ਕਿ ਪਰਮੇਸ਼ਰ ਦਾ ਭਾਣਾ ਪੂਰੀ ਤਰ੍ਹਾਂ ਮੰਨਣਾ ਚਾਹੀਦਾ ਹੈਗਾ। ਸੋ ਜਿਹੜੇ ਗੁਰਮੁਖ ਭਾਣੇ ਦੇ ਵਿੱਚ ਪੂਰੀ ਤਰ੍ਹਾਂ ਭਿਉਂ ਕੇ ਉਸ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਰਹਿੰਦੇ ਆ, ਅਸਲ ਦੇ ਵਿੱਚ ਕਹਿੰਦੇ ਇਸ ਨੂੰ ਹੀ ਗਵਾਉਣਾ ਆਖਦੇ ਆ। ਉਹਨਾਂ ਨੇ ਆਪਣੇ ਆਪ ਨੂੰ ਗਵਾਤਾ ਜਿਹੜੇ ਭਾਣੇ ਦੇ ਵਿੱਚ ਪੂਰੀ ਤਰ੍ਹਾਂ ਭਿੱਜੇ ਹੋਏ ਆ, ਉਸ ਦੇ ਹੁਕਮ ਦੇ ਵਿੱਚ ਪੂਰੀ ਤਰ੍ਹਾਂ ਤਤਪਰ ਰਹਿੰਦੇ ਆ। ਸੋ ਅਗਲਾ ਬਚਨ ਬਾਬਾ ਨੰਦ ਸਿੰਘ ਦਾ ਹੈਗਾ ਕਿ ਅਗਰ ਕੋਈ ਆਦਮੀ ਜੇਕਰ ਰੱਬ ਦੇ ਨਾਲ ਪ੍ਰੇਮ ਨਹੀਂ ਪਾ ਸਕਦਾ, ਤਾਂ ਬਾਬਾ ਨੰਦ ਸਿੰਘ ਆਖਦੇ ਸੀਗੇ, ਫਿਰ ਕਹਿੰਦੇ ਦੇਖੋ ਉਸ ਨੂੰ ਰੱਬ ਦੀ ਬਣਾਈ ਹੋਈ ਸਾਰੀ ਖਲਕਤ, ਸਾਰੇ ਜੀਵ ਜੰਤੂ, ਮਨੁੱਖ ਜਾਤੀ, ਸਾਰਿਆਂ ਦੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ।
ਤੇ ਜਦੋਂ ਉਹ ਇਸ ਤਰੀਕੇ ਨਾਲ ਪ੍ਰੇਮ ਕਰੂਗਾ ਤੇ ਫਿਰ ਉਹ ਪਰਮੇਸ਼ਰ ਦੇ ਨਾਲ ਪ੍ਰੇਮ ਦੇ ਵਿੱਚ ਵੀ ਜੁੜ ਜਾਊਗਾ। ਕਿਉਂਕਿ ਸਭ ਦੇ ਅੰਦਰ ਹੀ ਪਰਮਾਤਮਾ ਵੱਸਦਾ ਹੈ। ਸੋ ਅਗਲਾ ਬਚਨ ਬਾਬਾ ਨਾਨਕ ਸੁਣਦਾ ਹੈਗਾ ਕਿ ਕਿਸੇ ਦੀ ਵੀ ਪਿੱਠ ਦੇ ਪਿੱਛੇ ਈਰਖਾ ਵਸ ਹੋ ਕੇ ਜਾਂ ਸਵਾਦ ਲੈਣ ਲਈ, ਕਹਿੰਦੇ ਜਿਹੜੇ ਇਨਸਾਨ ਆਪਣੇ ਸੰਗੀ ਸਾਥੀਆਂ ਦੇ ਨਾਲ ਗੱਲਬਾਤ ਕਰਦੇ ਆ, ਅਸਲ ਦੇ ਵਿੱਚ ਇਹ ਜਿਹੜੀ ਪਿੱਠ ਪਿੱਛੇ ਕੀਤੀ ਗੱਲਬਾਤ ਵਾ ਇਹ ਨਿੰਦਾ ਕਹਾਉਂਦੀ ਹੈਗੀ ਆ। ਇਸ ਕਰਕੇ ਬਾਬਾ ਨਾਨਕ ਸੁਣੀ ਆਖਦੇ ਸੀਗੇ ਕਿ ਈਰਖਾ ਵਸ ਹੋ ਕੇ ਤੇ ਸਵਾਦ ਲੈਣ ਲਈ ਇਹੋ ਜਿਹੀਆਂ ਗੱਲਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ, ਹਮੇਸ਼ਾ ਆਪਣੇ ਆਪ ਨੂੰ ਪਰੇ ਰੱਖਣਾ ਚਾਹੀਦਾ ਹੈ। ਸੋ ਅਗਲਾ ਬਚਨ ਬਾਬਾ ਨਾਨਕ ਸੁਣਦਾ ਹੈਗਾ। ਬਾਬਾ ਨਾਨਕ ਸੁਣੀ ਆਖਦੇ ਸੀਗੇ ਕਿ ਅਗਰ ਇਨਸਾਨ ਨੇ ਆਪਣੀ ਗੁੱਡੀ ਅਸਮਾਨ 'ਤੇ ਚੜ੍ਹਾਉਣੀ ਹੋਵੇ, ਬਹੁਤ ਵੱਡਾ ਆਦਮੀ ਬਣਨਾ ਹੋਵੇ, ਆਪਣੀ ਚਮਕ ਦਮਕ ਚੜ੍ਹਦੀ ਕਲਾ ਰੱਖਣੀ ਹੋਵੇ, ਤੇ ਫਿਰ ਬਾਬਾ ਨਾਨਕ ਸੁਣੀ ਆਖਦੇ ਸੀਗੇ ਕਿ ਉਸ ਇਨਸਾਨ ਨੂੰ ਫਿਰ ਨਿਤਨੇਮ ਦਾ ਜਿਹੜਾ ਪਿੰਨਾ ਹੈ ਨਾ, ਕਹਿੰਦੇ ਉਹ ਵੀ ਵੱਡਾ ਚਾਹੀਦਾ ਹੈ। ਭਾਵ ਕੀ ਹੈ, ਨਿਤਨੇਮ ਬਤਾ ਦਿਓ, ਗੁਰਬਾਣੀ ਪੜ੍ਹਨੀ ਬਤਾ ਦਿਓ, ਗੁਰਬਾਣੀ ਜ਼ਿਆਦਾ ਕੰਠ ਕਰੋ। ਫਿਰ ਕਹਿੰਦੇ ਇਹ ਜਿਹੜਾ ਗੁਰਬਾਣੀ ਰੂਪੀ ਉਹ ਪਿੰਨਾ ਨਾ, ਉਹ ਤੁਹਾਡੀ ਚੜ੍ਹਦੀ ਕਲਾ ਨੂੰ ਉੱਪਰ ਲੈ ਜਾਓ। ਅਗਲਾ ਬਚਨ ਬਾਬਾ ਨਾਨਕ ਸੁਣਦਾ ਹੈਗਾ ਕਿ ਜੀਵਨ ਦੇ ਵਿੱਚ ਉਹ ਪੜ੍ਹਾਈ ਕਰਨੀ ਚਾਹੀਦੀ ਆ ਜਿਸ ਪੜ੍ਹਾਈ ਦੇ ਨਾਲ ਹੰਕਾਰ ਪੂਰੀ ਤਰ੍ਹਾਂ ਖਤਮ ਹੋਵੇ। ਸੋ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਪੜ੍ਹਾਈ ਬਿਲਕੁਲ ਨਹੀਂ ਪੜ੍ਹਨੀ ਚਾਹੀਦੀ ਜਿਹਦੇ ਨਾਲ ਹੰਕਾਰ ਪੈਦਾ ਹੋਵੇ, ਅਤੇ ਜਿਸ ਪੜ੍ਹਾਈ ਨਾਲ ਹੰਕਾਰ ਪੈਦਾ ਹੋਵੇ ਤਾਂ ਉਸ ਪੜ੍ਹਾਈ ਨੂੰ ਪੜ੍ਹਨ ਦਾ ਜ਼ਿੰਦਗੀ ਵਿੱਚ ਫਿਰ ਕੋਈ ਫਾਇਦਾ ਵੀ ਨਹੀਂ ਹੈ। ਸੋ ਅਗਲਾ ਬਚਨ ਬਾਬਾ ਨਾਨਕ ਸੁਣਦਾ ਹੈਗਾ। ਬਾਬਾ ਨਾਨਕ ਸੁਣੀ ਕਹਿੰਦੇ ਸੀਗੇ ਕਿ ਭਾਈ ਨਿਤਨੇਮ ਪੱਕਾ ਕਰੋ, ਗੁਰੂ ਸਾਹਿਬ ਦੀ ਹਾਜ਼ਰੀ ਭਰੋ, ਅਤੇ ਮਨ ਜਿਹੜਾ ਫਿਰ ਆਪਣੇ ਆਪ ਹੀ ਮਾੜੇ ਪਾਸੇ ਕੰਮਾਂ ਤੋਂ ਹਟ ਜਾਊਗਾ। ਮਾੜੇ ਕੰਮ ਕਰਨ ਤੋਂ ਮਨ ਜਿਹੜਾ ਪਰੇ ਹੋ ਜਾਊਗਾ। ਕਦੋਂ? ਜਦੋਂ ਸਾਡਾ ਨਿਤਨੇਮ ਵੀ ਪੱਕਾ ਹੋ ਗਿਆ ਅਤੇ ਗੁਰੂ ਸਾਹਿਬ ਦੀ ਸਾਡੀ ਹਾਜ਼ਰੀ ਵੀ ਪੂਰੀ ਲੱਗਣ ਲੱਗ ਪਈ। ਸੋ ਅਗਲਾ ਬਚਨ ਬਾਬਾ ਨਾਨਕ ਸੁਣਦਾ ਹੈਗਾ ਕਿ ਅਗਰ ਕਿਸੇ ਨੇ ਉਸ ਪਰਮੇਸ਼ਰ ਤੋਂ, ਵਾਹਿਗੁਰੂ ਤੋਂ, ਪਰਮਾਤਮਾ ਤੋਂ ਕੁਛ ਲੈਣਾ, ਤੇ ਬਾਬਾ ਨਾਨਕ ਸੁਣੀ ਆਖਦੇ ਸੀ, ਕਹਿੰਦੇ ਭਾਈ ਦੋ ਗੱਲਾਂ ਦਾ ਖਿਆਲ ਰੱਖੇ। ਪਹਿਲਾ ਕੀ ਆ? ਕਹਿੰਦੇ ਕਿਸੇ ਦੂਸਰੇ ਦਾ ਦਿਲ ਨਾ ਦਿਖਾਵੇ, ਤੇ ਫਿਰ ਕਹਿੰਦੇ ਕਿਸੇ ਹੋਰ ਗਰੀਬ ਦੇ ਉੱਤੇ ਜ਼ੁਲਮ ਨਾ ਕਰੇ, ਗਰੀਬ ਮਾਰ ਨਾ ਕਰੇ। ਜਿਹੜੇ ਕਹਿੰਦੇ ਕਿਸੇ ਦਾ ਦਿਲ ਨਹੀਂ ਦਿਖਾਉਂਦੇ, ਗਰੀਬ ਮਾਰ ਨਹੀਂ ਕਰਦੇ, ਅਸਲ ਦੇ ਵਿੱਚ ਉਹ ਵਾਹਿਗੁਰੂ ਤੋਂ ਸਭ ਕੁਝ ਲੈ ਜਾਂਦੇ ਆ। ਸੋ ਅਗਲਾ ਬਚਨ ਬਾਬਾ ਨਾਨਕ ਸੁਣਦਾ ਹੈਗਾ, ਕਹਿੰਦੇ ਭਾਈ ਜ਼ਿੰਦਗੀ 'ਚ ਮਿੱਠਾ ਬੋਲੋ, ਨਿਭ ਕੇ ਚਲੋ, ਤੇ ਹੱਥੋਂ ਦੇ ਕੇ ਭਲਾ ਮਨਾਵੋ। ਫਿਰ ਕਹਿੰਦੇ ਇਹਦੇ ਵਿੱਚ ਪਰਮੇਸ਼ਰ ਦੀ ਖੁਸ਼ੀ ਆ। ਸੋ ਅਗਲਾ ਬਚਨ ਬਾਬਾ ਨਾਨਕ ਸੁਣਦਾ ਹੈਗਾ ਕਿ ਦੁੱਖ ਤੇ ਸੁੱਖ ਇਨਸਾਨ ਨੂੰ ਉਹਦੇ ਕਰਮਾਂ ਕਰਕੇ ਮਿਲਦੇ ਆ। ਇਹ ਕਰਮ ਚਾਹੇ ਪਿਛਲੇ ਜਨਮਾਂ ਦੇ ਵੀ ਕਿਉਂ ਨਾ ਹੋਣ, ਪਰ ਜਿਹੜੇ ਗੁਰਮੁਖ ਦੁੱਖ ਦੇ ਵਿੱਚ ਵੀ ਪਰਮੇਸ਼ਰ ਦੀ ਰਜ਼ਾ ਨੂੰ ਮੰਨ ਕੇ ਵਾਹਿਗੁਰੂ ਦਾ ਸ਼ੁਕਰੀਆ ਕਰਦੇ ਆ, ਕਹਿੰਦੇ ਦਰਅਸਲ ਉਹ ਜਿਹੜੇ ਗੁਰਮੁਖ ਆ ਉਹ ਦੁੱਖ ਦੇ ਵਿੱਚ ਵੀ ਸੁੱਖ ਅਨੁਭਵ ਕਰਦੇ ਆ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ। ਬਾਬਾ ਜੀ ਆਖਦੇ ਹੁੰਦੇ ਸੀ ਵੀ ਉਹ ਸ਼ਾਹੂਕਾਰ ਕਾਹਦਾ ਹੈਗਾ ਜਿਸ ਸ਼ਾਹੂਕਾਰ ਦਾ ਗਵਾਂਢੀ ਰਾਤ ਨੂੰ ਭੁੱਖਾ ਸੌਂ ਜਾਵੇ। ਇਸ ਕਰਕੇ ਮਹਾਂਪੁਰਾ ਆਖਦੇ ਆ ਕਿ ਸ਼ਾਹੂਕਾਰ ਉਹ ਹੀ ਹੋਣਾ ਚਾਹੀਦਾ ਹੈ ਜਿਹੜਾ ਆਪ ਵੀ ਰੱਜਿਆ ਹੋਵੇ ਤੇ ਦੂਸਰਿਆਂ ਨੂੰ ਵੀ ਰਜਾਵੇ। ਸੋ ਅਗਲਾ ਬਚਨ ਬਾਬਾ ਨਾਨਕ ਸੁਣਦਾ ਹੈਗਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਸਾਡੀ ਅਸਾਬਾਂ ਦੇ ਨਾਲ ਨਹੀਂ ਮੁੱਕਣੀ, ਸਾਡੀ ਕਦ ਮੁੱਕਣੀ ਆ? ਜਦ ਤੁਹਾਡੀ ਮਿਹਰ ਹੋਵੇ। ਇਸ ਕਰਕੇ ਬਾਬਾ ਨਾਨਕ ਸੁਣੀ ਬਾਰ-ਬਾਰ ਰਜੋਈ ਕਰਦੇ ਹੁੰਦੇ ਸੀਗੇ ਕਿ ਭਾਈ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਨੀ ਚਾਹੀਦੀ ਆ ਕਿ ਹੇ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਆਪਣਾ ਬਣਾ ਲਓ, ਸਾਡੀ ਬਾਂਹ ਫੜ ਲਓ। ਇਹ ਰਜੋਈ ਬਾਬਾ ਨਾਨਕ ਸੁਣੀ ਅਕਸਰ ਕਰਦੇ ਹੁੰਦੇ ਸੀ। ਸੋ ਅਗਲਾ ਬਚਨ ਬਾਬਾ ਨਾਨਕ ਸੁਣਦਾ ਹੈਗਾ, ਕਹਿੰਦੇ ਭਾਈ ਦੁਨੀਆ ਦੇ ਨਾਲੋਂ ਅੱਜ ਵੀ ਟੁੱਟੀ ਤਾਂ ਕੱਲ੍ਹ ਵੀ ਟੁੱਟੀ। ਇਸ ਕਰਕੇ ਨਿਰੰਕਾਰ ਦੇ ਨਾਲ ਬਾਣ ਆਵੇ, ਤੇ ਜਿਹਦੀ ਨਿਰੰਕਾਰ ਪਰਮੇਸ਼ਰ ਦੇ ਨਾਲ ਬਾਣ ਆਉਂਦੀ ਆ, ਅਸਲ ਦੇ ਵਿੱਚ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਸਭ ਕੁਝ ਹੀ ਮਿਲ ਜਾਂਦਾ। ਕਿਉਂ ਉਹਨਾਂ ਦਾ ਕਦੀ ਵਿਛੋੜਾ ਹੀ ਨਹੀਂ ਹੁੰਦਾ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਕਸੂਰ ਤੋਂ ਬਿਨਾਂ ਕਹਿੰਦੇ ਸਜ਼ਾ ਨਹੀਂ ਮਿਲਦੀ। ਜਿਹੜਾ ਕਸੂਰ ਆ ਉਹ ਚਾਹੇ ਪਿਛਲੇ ਜਨਮ ਦਾ ਵੀ ਕਿਉਂ ਨਾ ਹੋਵੇ। ਇਹ ਮਹਾਂਪੁਰਖਾਂ ਦਾ ਬਚਨ ਹੈ। ਸੋ ਅਗਲਾ ਬਚਨ ਬਾਬਾ ਨਾਨਕ ਸੁਣਦਾ ਹੈਗਾ ਕਿ ਸਾਧ ਦੀ ਸੰਗਤ ਦੇ ਨਾਲ ਕਹਿੰਦੇ ਸੰਗਤ ਦੀ ਚਰਨ ਧੂੜ ਦੇ ਨਾਲ ਸਾਡੀਆਂ ਜਿਹੜੀਆਂ ਮਾੜੀਆਂ ਰਖਾਵਾਂ ਹਨ ਹੱਥਾਂ ਦੀਆਂ, ਬਾਬਾ ਜੀ ਕਹਿੰਦੇ ਹੁੰਦੇ ਸੀ, ਉਹ ਵੀ ਮਿਟ ਜਾਂਦੀਆਂ ਹੈ ਤੇ ਸ਼ੁਭ ਦਿਨ ਆ ਜਾਂਦੇ ਆ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਕਦੀ ਵੀ ਕਿਸੇ ਦੂਸਰੇ ਦੇ ਨੁਕਸ ਨਾ ਦੇਖੋ, ਹਮੇਸ਼ਾ ਆਪਣੇ ਨੁਕਸਾਂ ਦੇ ਅੰਦਰ ਝਾਤੀ ਮਾਰੋ, ਤੇ ਜਿਹੜੇ ਨੁਕਸ ਸਾਡੇ ਅੰਦਰ ਵਾ ਕੋਸ਼ਿਸ਼ ਕਰੋ ਕਿ ਇਹਨਾਂ ਸਾਰੇ ਨੁਕਸਾਂ ਨੂੰ ਬਾਹਰ ਕੱਢ ਦਈਏ। ਤੇ ਜਦੋਂ ਨੁਕਸ ਅਸੀਂ ਬਾਹਰ ਕੱਢ ਦਿਆਂਗੇ ਅੰਦਰ ਖਾਲੀ ਹੋ ਜਾਊਗਾ, ਫਿਰ ਸਾਡੇ ਅੰਦਰ ਗੁਣ ਹੀ ਪ੍ਰਵੇਸ਼ ਕਰ ਜਾਣਗੇ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਜਿਸ ਘਰ ਦੇ ਵਿੱਚ
ਸਵੇਰ ਦੀ ਸ਼ੁਰੂਆਤ ਗੁਰਬਾਣੀ ਨਾਲ ਹੋਵੇ, ਨਿਤਨੇਮ ਨਾਲ ਹੋਵੇ, ਗੁਰ ਸ਼ਬਦ ਦੇ ਨਾਲ ਹੋਵੇ, ਗੁਰੂ ਕੀਰਤਨ ਦੇ ਨਾਲ ਹੋਵੇ, ਤੇ ਬਾਬਾ ਨੰਦ ਸਿੰਘ ਜੀ ਕਹਿੰਦੇ ਸੀ ਕਿ ਉਸ ਘਰ ਦੇ ਅੰਦਰ ਜੰਤਰਾਂ ਮੰਤਰਾਂ ਤੇ ਜਾਦੂ ਟੂਣਿਆਂ ਨੂੰ ਵੀ, ਕਹਿੰਦੇ ਜਿਹੜੇ ਸਵਾਹ ਨਹੀਂ ਹੁੰਦਾ, ਸਵਾਹ ਦਾ ਡੱਬਾ ਜਿਹ 'ਚ ਚੁੱਲ੍ਹੇ ਦੀ ਸਵਾਹ ਸਿੱਟਦੇ ਆ, ਉਹਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਜਗ੍ਹਾ ਨਹੀਂ ਮਿਲਦੀ। ਭਾਵ ਕਿ ਆ ਸਾਰਾ ਘਰ ਜਿਹੜਾ ਹੈ ਉਹ ਪਰਮੇਸ਼ਰ ਦੀ ਪਹਿਰੇਦਾਰੀ ਦੇ ਵਿੱਚ ਹੋ ਜਾਂਦਾ, ਨਜ਼ਰ ਦੇ ਵਿੱਚ ਹੋ ਜਾਂਦਾ। ਉਸ ਘਰ ਦੇ ਵੱਲ ਕੋਈ ਨਜ਼ਰ ਉਠਾ ਕੇ ਨਹੀਂ ਦੇ ਸਕਦਾ। ਐਸੀ ਕਿਰਪਾ ਪਰਮੇਸ਼ਰ ਦੀ ਉਸ ਘਰ ਦੇ ਵਿੱਚ ਹੁੰਦੀ ਆ। ਅਤੇ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਕਿ ਤਾਤੀ ਵਾਹ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ, ਕਿਉਂਕਿ ਉਹ ਘਰ ਪਰਿਵਾਰ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆਉਂਦਾ, ਅਤੇ ਜਿਹੜਾ ਸ਼ਰਨ 'ਚ ਆਉਂਦਾ ਹੈ ਉੱਥੇ ਤੱਤੀ ਹਵਾ ਨਹੀਂ ਲੱਗਦੀ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਜਿਹੜਾ ਵਾਹਿਗੁਰੂ ਹੈ ਇਹ ਕਦੀ ਵੀ ਹੰਕਾਰੀ ਆਦਮੀ ਦੀ ਅਰਦਾਸ ਕਦੇ ਕਬੂਲਦਾ ਨਹੀਂ, ਚਾਹੇ ਉਹ ਲੱਖ ਵੀ ਯਤਨ ਕਰੇ। ਹੰਕਾਰੀ ਆਦਮੀ ਦੀ ਅਰਦਾਸ ਵਾਹਿਗੁਰੂ ਦੇ ਦਰ ਦੇ ਵਿੱਚ ਕਦੀ ਕਬੂਲ ਨਹੀਂ ਹੁੰਦੀ। ਹਾਂ, ਜਿਹਦੇ ਅੰਦਰ ਨਿਮਰਤਾ ਭਾਵ ਹੈ, ਸਿਮਰਨ ਸਾਧਨਾ ਹੈਗੀ ਆ, ਪਰਮੇਸ਼ਰ ਦੇ ਜੀਵਾਂ ਜੰਤੂਆਂ ਦੇ ਨਾਲ ਪ੍ਰੇਮ ਹੈਗਾ, ਹਿਰਦੇ ਗਰੀਬੀ ਹੈ, ਉਸ ਗੁਰਮੁਖ ਦੀ ਅਰਦਾਸ ਵਾਹਿਗੁਰੂ ਪਹਿਲ ਦੇ ਆਧਾਰ 'ਤੇ ਸੁਣਦਾ ਹੈਗਾ। ਸੋ ਅਗਲਾ ਬਚਨ ਬਾਬਾ ਨੰਦ ਸਿੰਘ ਦਾ ਹੈਗਾ ਕਿ ਗੁਰੂ ਦੇ ਨਾਲ ਜੋੜਨਾ ਇਹਦੇ ਵਰਗਾ ਪੁੰਨ ਕੋਈ ਨਹੀਂ, ਅਤੇ ਗੁਰੂ ਦੇ ਨਾਲੋਂ ਤੋੜ ਦੇਣਾ ਇਹਦੇ ਵਰਗਾ ਮਹਾਂਪੁਰਖ ਦੱਸਦੇ ਸੀ, ਕਹਿੰਦੇ ਪਾਪ ਹੀ ਕੋਈ ਨਹੀਂ। ਇਸੇ ਕਰਕੇ ਭਾਈ ਕੋਸ਼ਿਸ਼ ਕਰੋ ਆਪ ਵੀ ਜੁੜੋ ਅਤੇ ਕਿਸੇ ਦੂਸਰੇ ਨੂੰ ਵੀ ਜੋੜੋ, ਕਿਉਂਕਿ ਇਹਦੇ ਵਰਗਾ ਪੁੰਨ ਕੋਈ ਨਹੀਂ ਹੈ। ਅਤੇ ਅਗਰ ਕੋਈ ਆਦਮੀ ਆਪ ਟੁੱਟਾ ਹੈ ਅਤੇ ਦੂਸਰੇ ਨੂੰ ਵੀ ਪਰਮੇਸ਼ਰ ਨੂੰ ਤੋੜਨ ਦਾ ਕੋਝਾ ਯਤਨ ਕਰੇ, ਇਹਦੇ ਵਰਗਾ ਫਿਰ ਪਾਪੀ ਵੀ ਕੋਈ ਨਹੀਂ ਹੈ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਣੀ ਰਸਨਾ ਦੇ ਨਾਲ ਆਪਣੀ ਉਪਮਾ ਕਦੀ ਨਾ ਕਰੋ, ਅਤੇ ਨਾ ਆਪਣੀ ਉਪਮਾ ਕੰਨਾਂ ਦੇ ਨਾਲ ਕਦੀ ਸਰਵਣ ਕਰੋ, ਕਦੀ ਨਾ ਸੁਣੋ। ਅਤੇ ਬਾਬਾ ਨੰਦ ਸਿੰਘ ਆਖਦੇ ਸੀ ਅਗਰ ਅਸੀਂ ਇਹਨਾਂ ਦੋ ਚੀਜ਼ਾਂ ਤੋਂ ਬਚ ਜਾਈਏ ਤਾਂ ਫਿਰ ਕਹਿੰਦੇ ਜਿਹੜੀ ਵਾਹਿਗੁਰੂ ਦੀ ਨਿਮਰਤਾ ਹੈਗੀ ਆ ਨਾ, ਜੋ ਨਿਮਰਤਾ ਦੇ ਵਿੱਚ ਅੰਮ੍ਰਿਤ ਰਸ ਹੈ, ਉਹ ਸਾਡੇ ਹਿਰਦੇ ਦੇ ਅੰਦਰ ਟਿਕ ਜਾਏਗਾ। ਅਸਲ ਦੇ ਵਿੱਚ ਨਿਮਰਤਾ ਦੀ ਨਿਸ਼ਾਨੀ ਉਹਨਾਂ ਦੇ ਅੰਦਰ ਹੀ ਹੁੰਦੀ ਹੈ, ਉਹਨਾਂ ਦੇ ਚਿਹਰੇ ਤੋਂ ਪ੍ਰਗਟ ਹੋ ਜਾਂਦੀ ਹੈ ਜਿਹੜੇ ਗੁਰਮੁਖ ਨਾ ਤਾਂ ਆਪਣੀ ਕਦੀ ਉਸਤਤ ਸੰਗਤ 'ਚ ਕਰਦੇ ਆ, ਨਾ ਸੰਗਤ ਦੇ ਵਿੱਚ ਆਪਣੀ ਉਸਤਤ ਸੁਣਦੇ ਆ। ਸੋ ਇਹੋ ਜਿਹੇ ਜਿਹੜੇ ਗੁਰਮੁਖ ਹੈਗੇ ਅਸਲ ਦੇ ਵਿੱਚ ਉਹ ਪਰਮੇਸ਼ਰ ਦੇ ਮਾਰਗ ਦੇ ਅੰਦਰ ਹਨ, ਪਰਮ ਗਿਆਨੀ ਕਹਾਉਂਦੇ ਆ। ਸੋ ਦਾਸ ਇੰਨੇ ਹੀ ਬਚਨ ਮਹਾਂਪੁਰਖਾਂ ਦੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖੇਮਾ ਦਾ ਜਾਚਕੋ ਜੀ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।